ਬੱਚਿਓ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਅਸੀਂ ਸਾਂਝੀ ਕੰਧ ਕਹਾਣੀ ਵਿੱਚ ਪੜ੍ਹ ਚੁੱਕੇ ਹਾਂ ਕਿ ਪਿਛਲੇ ਵਰ੍ਹੇ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਚੁੱਕਿਆ ਸੀ ਅਤੇ ਉਹ ਨਵਾਂ ਮਕਾਨ ਬਣਾਉਣ ਬਾਰੇ ਸੋਚ ਰਿਹਾ ਸੀ। ਖੱਬੇ ਪਾਸੇ ਦੀ ਕੰਧ ਜੋ ਦਰਬਾਰੇ ਨਾਲ ਉਸਦੀ ਸਾਂਝੀ ਸੀ, ਉਸਦੇ ਚਾਚੇ ਦਾ ਪੁੱਤ ਸੀ, ਉਸ ਨਾਲ ਸਾਂਝੀ ਸੀ ਅਤੇ ਉਸ ਕੰਧ ਦੀ ਹਾਲਤ ਵੀ ਬੜੀ ਮਾੜੀ ਸੀ, ਜਿਸ ਨੂੰ ਕਪੂਰ ਸਿੰਘ ਨਵੀਂ ਬਣਵਾਉਣੀ ਚਾਹੁੰਦਾ ਸੀ। ਪਰ ਦਰਬਾਰਾ ਸੀ ਜਿਹੜਾ ਉਹ ਬਿਲਕੁਲ ਮੰਨਦਾ ਨਹੀਂ ਸੀ। ਕਈ ਕਿਸਮ ਦੇ ਬਹਾਨੇ ਲਗਾ ਰਿਹਾ ਸੀ, ਕਿਉਂਕਿ ਉਹ ਸਰਪੰਚ ਵਰਗੇ ਦੋਗਲੇ ਲੋਕਾਂ ਦੀ ਚੁੱਕ ਵਿੱਚ ਆਇਆ ਹੋਇਆ ਸੀ। ਲਾਈ-ਲੱਕ ਕਿਸਮ ਦਾ ਆਦਮੀ ਸੀ, ਅੜੀਅਲ ਸੀ। ਕਪੂਰ ਸਿੰਘ ਦੇ ਤਰਲਿਆਂ ਮਿੰਨਤਾਂ ਦਾ ਦਰਬਾਰੇ ਸਿੰਘ ਉੱਤੇ ਕੋਈ ਅਸਰ ਨਾ ਹੋਇਆ ਅਤੇ ਦਰਬਾਰਾ ਆਪਣੀ ਜਿੱਦ 'ਤੇ ਅੜਿਆ ਰਿਹਾ। ਉਹ ਨਾ ਕੰਧ ਕੱਚੀ ਕਰਨ ਲਈ ਮੰਨਿਆ, ਨਾ ਪੱਕੀ। ਸੋ ਇਹ ਸਾਰੀਆਂ ਗੱਲਾਂ ਦੇਖ ਕੇ ਸੁਣ ਕੇ ਕਪੂਰ ਸਿੰਘ ਨੇ ਮਕਾਨ ਬਣਾਉਣ ਦਾ ਫੈਸਲਾ ਕੀਤਾ। ਬੱਚਿਓ, ਘਰ ਦਾ ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜ਼ਦੂਰ ਨੀਹਾਂ ਕੱਢਣ ਲੱਗ ਪਏ। ਮਜ਼ਦੂਰ ਤੋਂ ਭਾਵ ਹੁੰਦਾ ਮਜ਼ਦੂਰ, ਨੀਹਾਂ ਤੋਂ ਭਾਵ ਹੈ ਫਾਊਂਡੇਸ਼ਨ ਬਣਾਉਣ ਲੱਗ ਪਏ। 3 ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ। ਦਲਾਨ, ਵਰਾਂਡਾ, ਰਸੋਈ ਅਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ, ਭਾਵ ਉਹਨਾਂ ਨੇ ਮਕਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਬੈਠਕ ਸੀ ਜਿਹੜੀ, ਉਹਦੀਆਂ ਕੰਧਾਂ ਸੀ ਜਿਹੜੀਆਂ, ਉਹ ਉਸਰਨ ਲੱਗੀਆਂ। ਬੂਹਿਆਂ ਅਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। ਚੁਗਾਠਾਂ ਤੋਂ ਭਾਵ ਹੁੰਦਾ ਲੱਕੜ ਦੇ ਬਣੇ ਹੋਏ ਫਰੇਮ, ਜਿਨ੍ਹਾਂ ਦੇ ਵਿੱਚ ਅਸੀਂ ਦਰਵਾਜ਼ੇ ਅਤੇ ਬਾਰੀਆਂ ਦੇ ਪੱਲੇ ਲਗਾਉਂਦੇ ਹਾਂ। 10 ਦਿਨਾਂ ਵਿੱਚ ਥਾਂ ਦਾ ਹੁਲੀਆ ਬਦਲ ਗਿਆ। ਹੁਲੀਆ ਬਦਲ ਜਾਣਾ ਭਾਵ ਉਹਦਾ ਨਕਸ਼ਾ ਹੀ ਬਦਲ ਗਿਆ ਉੱਥੋਂ, ਕਿਉਂਕਿ ਪਹਿਲਾਂ ਉੱਥੇ ਮਕਾਨ ਕੱਚੇ ਸੀ, ਟੁੱਟੇ ਹੋਏ ਸੀ ਅਤੇ ਹੁਣ ਨਵੇਂ ਮਕਾਨ ਬਣਨਾ ਸ਼ੁਰੂ ਹੋ ਗਿਆ ਸੀ। ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਕੰਧ ਹੁਣ ਹੋਰ ਵੀ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ ਕਿ ਹੁਣ ਇਹ ਦਲਿੱਦਰ ਵੀ ਕੱਢ ਕੇ ਛੱਡਿਓ, ਭਾਵ ਹਰ ਕੋਈ ਆਦਮੀ ਕਹਿੰਦਾ ਸੀ ਕਿ ਇਹ ਜਿਹੜੀ ਕੰਧ ਹੁਣ ਬੁਰੀ ਦਿਖਦੀ ਹੈ, ਜੋ ਦਰਬਾਰੇ ਵਾਲੀ ਕੱਚੀ ਕੰਧ ਸੀ, ਸਾਰੇ ਲੋਕ ਕਹਿ ਰਹੇ ਸੀ ਕਿ ਇਹਨੂੰ ਵੀ ਹੁਣ ਨਵੀਂ ਬਣਾ ਕੇ ਛੱਡਿਓ। ਦਲਿੱਦਰ ਤੋਂ ਭਾਵ ਹੁੰਦਾ ਗਰੋਹ, ਦੁੱਖਾਂ ਦਾ ਘਰ, ਮੁਸੀਬਤਾਂ ਦਾ ਸਮੂਹ, ਵੀ ਇਹ ਦੁੱਖਾਂ ਦਾ ਘਰ ਹੈ ਜਿਹੜੀ ਕੰਧ ਹੈਗੀ ਹੈ, ਇਹਨੂੰ ਵੀ ਖ਼ਤਮ ਕਰ ਦਿਓ, ਭਾਵ ਨਵੀਂ ਬਣਾ ਦਿਓ। ਪਰ ਦਰਬਾਰਾ ਸੀ ਜਿਹੜਾ, ਉਹਨੇ ਇੱਕੋ ਗੱਲ ਦਾ ਨੰਨਾ ਫੜਿਆ ਹੋਇਆ ਸੀ। ਉਹ ਨਹੀਂ ਸੀ ਬਣਾਉਣੀ ਚਾਹੁੰਦਾ ਕੰਧ। ਅਤੇ ਅਖੀਰ ਜਦੋਂ ਕੋਈ ਵਾਹ ਨਾ ਚੱਲੀ, ਵਾਹ ਤੋਂ ਭਾਵ ਹੁੰਦਾ ਮਤਲਬ ਕੋਈ ਪੇਸ਼ ਨਾ ਚੱਲਣਾ, ਤਾਂ ਕਪੂਰ ਸਿੰਘ ਨੇ ਦਰਵਾਜ਼ੇ ਦੇ ਵਿੱਚ ਇਕੱਠ ਕੀਤਾ। ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਅਤੇ ਕੰਧ ਕਰਨ ਲਈ ਆਖਿਆ। ਪਹਿਲਾਂ ਤਾਂ ਉਹਨੇ ਬੜੇ ਪੈਰ ਅੜਾਏ, ਭਾਵ ਉਹ ਅੜਿਆ ਰਿਹਾ। ਉਹਨੇ ਕਈ ਬਹਾਨੇ ਲਾਉਣ ਦੀ ਕੋਸ਼ਿਸ਼ ਕੀਤੀ। ਕੀ ਬਹਾਨੇ ਲਗਾਏ ਉਹਨੇ? ਮੈਂ ਕੁੜੀ ਦਾ ਵਿਆਹ ਕਰਨਾ ਹੈ। ਫਿਰ ਉਹਨੇ ਕਿਹਾ ਕਿ ਮੈਨੂੰ ਲੋੜ ਨਹੀਂ। ਫਿਰ ਉਹਨੇ ਕਿਹਾ ਕਿ ਮੇਰੀ ਪੁੱਜਤ ਨਹੀਂ, ਭਾਵ ਮੇਰੇ ਕੋਲੇ ਪਹੁੰਚ ਨਹੀਂ। ਪਰ ਅਖੀਰ ਪੰਚਾਇਤ ਨੇ ਉਹਨੂੰ ਸਮਝਾ ਕੇ, ਥੋੜ੍ਹਾ ਡਰਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪੈ ਗਿਆ ਸੀ। ਮਤਲਬ ਜਦੋਂ ਸਾਰੇ ਪਿੰਡ ਦੀ ਪੰਚਾਇਤ ਇਕੱਠੀ ਹੋਈ ਸੀ, ਸਾਰਿਆਂ ਨੇ ਰਾਏ ਕੀਤੀ ਸੀ ਕਿ ਨਹੀਂ, ਕੰਧ ਬਣਾਉਣੀ ਹੀ ਪੈਣੀ ਹੈ ਅਤੇ ਉਹਦੇ ਲਈ ਤੈਨੂੰ ਮੰਨਣਾ ਹੀ ਪੈਣਾ। ਤਾਂ ਇਸ ਲਈ ਉਹਨੂੰ ਥੋੜ੍ਹਾ ਨੀਵਾਂ ਹੋਣਾ ਪਿਆ। ਮਜ਼ਦੂਰੀ ਉਹਨੂੰ ਛੱਡੀ ਗਈ। ਜੋ ਮਜ਼ਦੂਰੀ ਸੀ, ਜੋ ਰਾਏ ਹੋਈ ਸੀ ਸਾਰੀ ਪੰਚਾਇਤ ਦੇ ਸਾਹਮਣੇ, ਉਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਉਹਨੂੰ ਮਜ਼ਦੂਰੀ ਛੱਡੀ ਗਈ ਸੀ। ਇੱਟਾਂ ਦਾ ਅਤੇ ਹੋਰ ਸਮਾਨ ਦਾ, ਜਿਵੇਂ ਸੀਮੈਂਟ ਹੋ ਗਿਆ, ਰੇਤਾ ਹੋ ਗਈ, ਉਹਦਾ ਅੱਧ ਦੇਣਾ ਮੰਨਿਆ ਗਿਆ ਉਹਨੂੰ, ਕਿਉਂਕਿ ਕੰਧ ਦੀ ਅਜੇ ਜ਼ਰੂਰਤ ਨਹੀਂ ਸੀ। ਇਸ ਲਈ ਪੈਸੇ ਵੀ ਉਸ ਕੋਲੋਂ 2 ਲੰਮੀਆਂ ਕਿਸ਼ਤਾਂ ਵਿੱਚ ਲਏ। ਪਹਿਲੀ ਕਿਸ਼ਤ ਨਿਮਾਣੀ ਅਤੇ ਦੂਜੀ ਅਗਲੀ ਲੋਹੜੀ ਨੂੰ। ਸੋ ਇਸੇ ਸਾਰੀ ਚੀਜ਼ ਲਈ ਸਾਰੀ ਪੰਚਾਇਤ ਦੇ ਸਾਹਮਣੇ ਲਿਖ ਲਿਖਾ ਹੋ ਗਿਆ, ਭਾਵ ਕਾਗਜ਼ ਬਣ ਗਿਆ ਸੀ। ਮਜ਼ਦੂਰੀ ਭਾਵੇਂ ਕਪੂਰ ਸਿੰਘ ਦੇ ਸਿਰ ਹੀ ਪੈ ਗਈ ਸੀ, ਜੋ 80-82 ਰੁਪਏ ਬਣਦੀ ਸੀ, ਪਰ ਫਿਰ ਵੀ ਉਹ ਕਾਫੀ ਖੁਸ਼ ਸੀ, ਕਿਉਂਕਿ ਉਸਦਾ ਕੰਮ ਚੱਲਦਾ ਹੋ ਗਿਆ ਸੀ, ਕੰਮ ਰੁਕਿਆ ਨਹੀਂ ਸੀ। ਉਹਦੇ ਸਿਰ 40 ਕੁ ਰੁਪਏ ਹੀ ਵੱਧ ਪਏ ਸੀ ਅਤੇ ਇੰਨਾ ਕੁਛ ਤਾਂ ਉਹ ਆਪ ਹੀ ਖੁਦ ਜਾ ਕੇ ਦਰਬਾਰੇ ਨੂੰ ਪਹਿਲਾਂ ਵੀ ਕਹਿੰਦਾ ਸੀ। ਸੋ ਅਗਲੇ ਦਿਨ ਬੱਚਿਓ ਪੰਚਾਇਤ ਦੇ ਆਦਮੀ ਆਏ। ਉਹਨਾਂ ਨੇ ਸਾਂਝੀ ਕੰਧ ਨੂੰ ਢਵਾ ਕੇ ਨੀਂਹ ਪਟਵਾਉਣ ਲੱਗੇ। ਜਦੋਂ ਨੀਂਹ ਪੱਟਣ ਲੱਗੇ ਤਾਂ ਇੱਟ ਧਰਨ ਸਮੇਂ ਕੰਧ ਉੱਤੇ ਮੇਲਾ ਲੱਗ ਗਿਆ, ਕਿਉਂਕਿ ਲੋਕ ਸੀ ਜਿਹੜੇ ਉਹ ਦੇਖਣ ਲਈ ਖੜ੍ਹ ਕੇ ਕਿ ਦੇਖਦੇ ਹੁਣ ਕੀ ਹੁੰਦਾ। ਸੋ ਦਰਬਾਰਾ ਤਾਂ ਪਹਿਲਾਂ ਹੀ ਖੁਸ਼ ਨਹੀਂ ਸੀ
ਤੇ ਹੁਣ ਅੜ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟ ਰਿਹਾ ਸੀ। ਰੱਸੀ ਸੀ ਜਿਹੜੀ ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਫੜੀ ਤੇ ਦੂਸਰੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਤੇ ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉੱਤੇ ਛੋਹੀ ਤਾਂ ਪਹਿਲੇ ਗੁੱਸੇ ਵਿੱਚ ਆਏ ਹੋਏ ਦਰਬਾਰੇ ਨੇ ਉੱਚੀ ਆਵਾਜ਼ ਵਿੱਚ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀ ਕਾਲੀਆ। ਵੀ ਉਹ ਉਹਨੂੰ ਕਹਿੰਦਾ ਕਿ ਤੂੰ ਆਪਣਾ ਦੀਨ ਅਮਾਨ ਯਾਦ ਰੱਖੀ ਤੇ ਮੇਰੇ ਨਾਲ ਪੂਰਾ ਨਿਆਂ ਕਰੀ। ਪਰ ਉਹਦਾ ਜਵਾਬ ਸੀ ਜਿਹੜਾ ਨਾਹਰ ਸਿੰਘ ਦਾ, ਉਹਨੇ ਕਿਹਾ ਕਿ ਸਾਨੂੰ ਤਾਂ ਸਾਰੇ ਬਰਾਬਰ ਹੈ। ਦੂਸਰੇ ਪਾਸੇ ਰੱਸੀ ਸੀ ਜਿਹੜੀ ਉਹ ਸਰਪੰਚ ਨੇ ਇੱਕ ਹੱਥ ਪਰ ਕਪੂਰ ਸਿੰਘ ਵੱਲ ਧਰ ਦਿੱਤੀ। ਫਿਰ ਕਿਸੇ ਇੱਕਦਮ ਰੌਲਾ ਪੈ ਗਿਆ, ਆ ਤਾਂ ਜਮਾਂ ਬਿੰਗੀ ਹੈ, ਇੱਥੇ ਕੰਧ ਜਾਂਦੀ ਹੋਈ ਨਹੀਂ। ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ। ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੀ। ਇੰਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ ਸੀ। ਜਦੋਂ ਧੰਮਾ ਸਿੰਘ ਸਰਪੰਚ ਨੇ ਲੋਕਾਂ ਦੀ ਗੱਲ ਸੁਣੀ ਤਾਂ ਉਹਨੂੰ ਰੱਸੀ ਸੀ ਜਿਹੜੀ ਦੂਸਰੇ ਪਾਸੇ ਧਰਨੀ ਪਈ। ਹੁਣ ਸਾਰਿਆਂ ਨੇ ਤਸੱਲੀ ਦਾ ਸਾਹ ਲਿਆ ਤੇ ਮਿਸਤਰੀ ਸੀ ਜਿਹੜਾ ਉਹ ਨਿਸ਼ਾਨ ਲਗਾਉਣ ਲੱਗਾ ਤਾਂ ਦਰਬਾਰੇ ਨੇ ਝੱਟ ਰੌਲਾ ਪਾ ਦਿੱਤਾ ਕਿ ਮੈਨੂੰ ਨਹੀਂ ਮਨਜ਼ੂਰ, ਇਹ ਕੋਈ ਇਨਸਾਫ ਹੈ? ਕੰਧ 4 ਉਂਗਲ ਮੇਰੇ ਵਾਲੇ ਪਾਸੇ ਪਈ ਹੈ। ਤਾਂ ਇਹ ਸਾਰੀਆਂ ਗੱਲਾਂ ਸੁਣ ਕੇ ਕਪੂਰ ਸਿੰਘ ਨੂੰ ਗੁੱਸਾ ਆ ਗਿਆ। ਕਹਿੰਦਾ ਤੇਰੇ ਪਾਸੇ ਤਾਂ ਸਾਰੀ ਹੀ ਪਈ ਹੈ, 4 ਬੰਦੇ ਖੜੇ ਨੇ ਕੋਲ। ਉਹ ਕਹਿੰਦਾ ਕਿ 4 ਆਦਮੀ ਕੋਲ ਖੜੇ ਹੈ, ਉਹਨਾਂ ਨੂੰ ਵੀ ਤਾਂ ਸਭ ਕੁਝ ਦਿਖਾਈ ਦਿੰਦਾ ਹੈ। ਦਰਬਾਰੇ ਨੇ ਝੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਆ ਓਏ ਮੇਰੇ ਪਾਸੇ ਕੰਧ ਕਰਨ ਵਾਲਾ? ਬੰਦਾ ਭਾਵੇਂ ਲੱਖ ਨਰਮ ਹੋਵੇ ਪਰ ਗਾਲ ਕੋਈ ਕਿਸੇ ਤੋਂ ਕਿਉਂ ਖਾਵੇ? ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ, ਨਿਉਂ 'ਚ ਗੱਡ ਦੂੰ ਨਿਉਂ 'ਚ। ਤੇ ਇੰਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆਇਆ। ਦੋਵੇਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ, ਭਾਵ ਇੱਕ ਦੂਸਰੇ ਨੂੰ ਗਾਲਾਂ ਕੱਢਣ ਲੱਗੇ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ। ਦੁਹੱਥੜੀ ਤੋਂ ਭਾਵ ਹੁੰਦਾ ਵੀ ਦੋਨੋਂ ਹੱਥ ਜੋੜ ਕੇ ਉਹਦੇ ਹੱਥਾਂ ਦੇ ਵਿੱਚ ਉਹਨੇ ਆਪਣੀ ਸੋਟੀ ਸੀ ਜਿਹੜੀ ਉਹ ਕਪੂਰ ਸਿੰਘ ਦੇ ਮਾਰੀ। ਤੇ ਨਾਲ ਹੀ ਉਹਨੇ ਕਪੂਰ ਸਿੰਘ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ, ਆ ਤੈਨੂੰ ਦੇਖਾਂ ਨਿਉਂ 'ਚ ਗੱਡਦੇ ਨੂੰ। ਤੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ। ਤਤੀਰੀ ਤੋਂ ਭਾਵ ਹੁੰਦਾ ਖੂਨ ਦੀ ਧਾਰ। ਖਿਚਰਾ ਖਿਚਰਾ ਝੱਟ ਕੰਧਾਲੀ ਦਰਬਾਰੇ ਦੇ ਮੋਰਾਂ ਉੱਤੇ ਪਈ। ਦੂਜੀ ਪੁੜਪੁੜੀ ਵਿੱਚ ਲਹੂ ਦੀ ਟੀਕ ਚੱਲ ਪਈ। ਪੁੜਪੁੜੀ ਤੋਂ ਭਾਵ ਹੁੰਦਾ ਸਾਡੇ ਮੱਥੇ ਦੇ ਉੱਪਰ, ਅੱਖ ਤੋਂ ਥੋੜ੍ਹਾ ਜਿਹਾ ਉੱਪਰ ਕਰਕੇ ਉਹਨੂੰ ਅਸੀਂ ਕਹਿੰਦੇ ਹਾਂ ਪੁੜਪੁੜੀ। ਅਤੇ ਉਹਦੇ ਵਿੱਚੋਂ ਦੀ ਗੰਧਾਲੀ ਵੱਜੀ ਜਿਹਦੇ ਵਿੱਚ ਖੂਨ ਦੀ ਧਾਰ ਸੀ ਜਿਹੜੀ ਚੱਲ ਪਈ ਅਤੇ ਉਲਟ ਕੇ ਜਾ ਕੇ ਉਹ ਮੁੱਧਾ ਪੈ ਗਿਆ, ਨੀਂਹ ਦੇ ਵਿੱਚ ਜਾ ਕੇ ਡਿੱਗ ਪਿਆ। ਪੰਚ ਰੱਸੀ ਛੱਡ ਕੇ ਪਰਾਂ ਹੋ ਗਏ। ਜਦੋਂ ਸਭ ਨੇ ਦੇਖਿਆ, ਜਿਹੜੇ ਸਰਪੰਚ ਪੰਚ ਲੋਕ ਉੱਥੇ ਆਏ ਹੋਏ ਸੀ, ਸਭ ਨੇ ਝਗੜਾ ਹੁੰਦਾ ਦੇਖਿਆ ਅਤੇ ਉਹ ਆਪਣੀ ਜਾਨ ਬਚਾਉਣ ਦੇ ਮਾਰੇ ਰੱਸੀ ਰੁੱਸੀ ਛੱਡ ਕੇ ਪਰੇ ਹੋ ਗਏ। ਆਖਰ ਕੁਝ ਲੋਕ ਹੌਸਲਾ ਕਰਕੇ ਛਡਾਉਣ ਲੱਗੇ। ਤੀਵੀਆਂ ਘਰਾਂ 'ਚੋਂ ਨਿਕਲ ਕੇ ਆਹਮਣੇ ਸਾਹਮਣੇ ਬਾਹਾਂ ਉਲਾਰਦੀਆਂ ਮਿਹਣੋ ਮਿਹਣੀ ਹੋਣ ਲੱਗੀਆਂ। ਮਿਹਣੋ ਮਿਹਣੀ ਤੋਂ ਭਾਵ ਹੁੰਦਾ ਤਾਨੇ ਦੇਣੇ, ਵੀ ਇੱਕ ਦੂਸਰੇ ਨੂੰ ਤਾਨੇ ਦੇਣ ਲੱਗੀਆਂ। ਚੀਕ ਚਿਹਾੜਾ, ਗਾਲਾਂ ਦੁੱਪੜਾਂ, ਕੰਨ ਪਈ ਆਵਾਜ਼ ਨਾ ਸੁਣੇ। 2 ਘੰਟੇ ਉਹ ਝੱਜੂ ਪਿਆ, ਭਾਵ ਇੰਨਾ ਕਲੇਸ਼ ਪਿਆ, ਇੰਨਾ ਰੌਲਾ ਪਿਆ। ਉਹ ਰੂੰਦ ਛਣਿਆ, ਰੂੰਦ ਤੋਂ ਭਾਵ ਹੁੰਦਾ ਮਾੜੇ ਸ਼ਬਦ, ਗੰਦੇ ਸ਼ਬਦ, ਕਿ ਲੋਕੀ ਕੰਨਾਂ ਉੱਤੇ ਹੱਥ ਧਰ ਗਏ। ਵੀ ਇੰਨਾ ਰੂੰਦ ਛਣਿਆ, ਇੰਨੇ ਮਾੜੇ ਸ਼ਬਦ ਬੋਲੇ ਗਏ ਕਿ ਲੋਕਾਂ ਕੋਲੋਂ ਉਹ ਸ਼ਬਦ ਸੁਣੇ ਨਹੀਂ ਗਏ। ਲੋਕਾਂ ਨੇ ਆਪਣੇ ਕੰਨਾਂ ਦੇ ਉੱਪਰ ਹੱਥ ਧਰ ਲਏ। ਚਲੋ ਬੱਚਿਓ, ਹੁਣ ਆਪਾਂ ਜਿੰਨਾ ਕੁ ਵੀ ਪੜ੍ਹਿਆ ਉਹਦੇ ਵਿੱਚੋਂ ਮੈਂ ਤੁਹਾਡੇ ਕੋਲੋਂ ਪ੍ਰਸ਼ਨ ਪੁੱਛਦੀ ਹਾਂ। ਕਿਸ ਨੇ ਕਿਉਂ ਦਰਵਾਜ਼ੇ ਇਕੱਠ ਕੀਤਾ ਸੀ? ਇੱਕਦਮ ਰੌਲਾ ਕਿਉਂ ਪੈ ਗਿਆ ਸੀ? ਗਾਲ ਕਿਸ ਨੇ ਕਿਸ ਨੂੰ ਕਿਉਂ ਕੱਢੀ ਸੀ? ਲੜਾਈ ਵਿੱਚ ਵੱਧ ਕਸੂਰ ਕਿਸ ਦਾ ਸੀ? ਭਾਈ ਬਾਰੇ ਜਾਂ ਭਰਾ ਬਾਰੇ ਲੇਖਕ ਦੇ ਕੀ ਵਿਚਾਰ ਹਨ? ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ ਜਿਹੋ ਜਿਹੀ ਚਾਹੀਦੀ ਸੀ, ਭਾਵ ਕਪੂਰ ਸਿੰਘ ਜਿਸ ਤਰ੍ਹਾਂ ਦੀ ਵੀ ਕੰਧ ਚਾਹੁੰਦਾ ਸੀ ਉਸ ਤਰ੍ਹਾਂ ਦੀ ਬਣ ਗਈ ਸੀ। ਪਰ ਜਿਉਣ ਦਾ ਕੋਈ ਹੱਜ ਨਾ ਰਿਹਾ, ਵੀ ਕੋਈ ਸਵਾਦ ਹੀ ਨਹੀਂ ਰਿਹਾ ਜਿਉਣ ਦਾ। ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਰਹੀ, ਭਾਵ ਕਪੂਰ ਸਿੰਘ ਨੂੰ ਇਸ ਗੱਲ ਦਾ ਡਰ ਸੀ ਵੀ ਕਿਤੇ ਬੋਲਚਾਲ ਨਾ ਜਾਂਦੀ ਰਹੇ, ਪੁਸ਼ਤਾਂ ਲਈ ਵੈਰ ਨਾ ਖੜਾ ਹੋ ਜਾਵੇ। ਅਖੀਰ ਉਹੀ ਕੰਮ ਹੋ ਕੇ ਰਿਹਾ। 2, 4, 6 ਮਹੀਨੇ ਉੜਕ ਵਰ੍ਹਾ ਲੰਘ ਗਿਆ। ਅਖੀਰ 'ਚ 1 ਸਾਲ ਵੀ ਪੂਰਾ ਹੋ ਗਿਆ। ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਚਾਹਿਆ,
ਵੀ ਉਹਨੇ 1 ਸਾਲ ਲੰਘਣ ਤੋਂ ਬਾਅਦ ਵੀ ਕਪੂਰ ਸਿੰਘ ਤੋਂ ਪੈਸੇ ਨਾ ਮੰਗੇ। ਸਾਰੇ ਪਿੰਡ ਦੇ ਸਾਹਮਣੇ ਲਿਖਤ ਹੋਈ ਸੀ। ਉਹ ਜਾਣਦਾ ਸੀ ਕਿ ਸਾਰੇ ਪਿੰਡ ਦੇ ਸਾਹਮਣੇ ਲਿਖ ਲਿਖਾਈ ਹੋਈ ਹੈ, ਮੁੱਕਰ ਤਾਂ ਹੋ ਸਕਦਾ ਹੀ ਨਹੀਂ। 6 ਮਹੀਨੇ ਹੋਰ ਲੰਘ ਗਏ। ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਹੀ ਵਾਲਾ ਸੀ ਕਿ ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ, ਜੋ ਉਹਨਾਂ ਦੇ ਗੁਆਂਢ ਉਹਦੀ ਚਾਚੀ ਰਹਿੰਦੀ ਸੀ। ਉਹ ਕਪੂਰ ਸਿੰਘ ਦੇ ਘਰ ਆਈ ਅਤੇ ਉਹਨੇ ਕਿਹਾ, ਤੈਂ ਕੁਛ ਸੁਣਿਆ ਕਪੂਰ ਸਿਆਂ? ਵੀ ਉਹਨੇ ਕਿਹਾ ਕਿ ਕਪੂਰ ਸਿੰਘ, ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ? ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ। ਨਾ ਚਾਚੀ, ਕਿਉਂ, ਕੀ ਗੱਲ ਹੈ? ਲੈ ਵੇ, ਤੈਨੂੰ ਖਬਰੇ ਨਹੀਂ, ਮੁੰਡਾ ਤਾਂ ਭੁੰਜੇ ਲਿਆ ਪਿਆ ਦਰਬਾਰਾ। ਭਾਵ ਚਾਚੀ ਨੇ ਕਿਹਾ ਕਿ ਉਹ ਤਾਂ ਮਰਨ ਵਾਲਾ ਹੋਇਆ ਪਿਆ। ਦਰਬਾਰਾ? ਲੈ ਹੋਰ ਕੀ, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਆ, ਠੰਡ ਦੀ ਸੀਟ 'ਚ ਆ ਗਿਆ। 15 ਦਿਨ ਹੋ ਗਏ, ਰਾਤ ਬਹੂ ਰੋਂਦੀ ਨਹੀਂ ਸੀ ਝੱਲੀ ਜਾਂਦੀ। ਇੱਕ ਤਾਂ ਇਲਾਜ ਕਰਾਉਣੇ ਕਿਹੜਾ ਸੌਖੇ ਨੇ ਚੰਦਰੇ, ਬਿਨਾਂ ਪੈਸੇ। ਹੁਣ ਚਾਚੀ ਨੇ ਉਹਨਾਂ ਨੂੰ ਦੱਸਿਆ ਕਿ ਦਰਬਾਰਾ ਜਿਹੜਾ ਉਹ ਮਰਨ ਵਾਲਾ ਪਿਆ, ਨਮੂਨੀਆ ਹੋ ਗਿਆ ਉਹਨੂੰ, ਉਹਦੀ ਛਾਤੀ ਹੈ ਜਿਹੜੀ ਉਹਦੇ 'ਚ ਬਲਗਮ ਜਮ੍ਹਾਂ ਹੋ ਗਈ ਹੈ, ਠੰਡ ਦੀ ਸੀੜ ਦੇ ਵਿੱਚ ਆ ਗਿਆ ਉਹਨੂੰ ਠੰਡ ਲੱਗ ਗਈ ਹੈ। ਅਤੇ ਉਹਦੀ ਘਰਵਾਲੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਇਲਾਜ ਕਰਾਉਣੇ ਕੋਈ ਸੌਖਾ ਕੰਮ ਨਹੀਂ, ਕਿਉਂਕਿ ਉਹਨਾਂ ਦੀ ਆਰਥਿਕ ਹਾਲਤ ਸੀ ਜਿਹੜੀ ਉਹ ਮਾੜੀ ਸੀ। ਮੈਨੂੰ ਤਾਂ ਚਾਚੀ ਹੁਣ ਤੇਰੇ ਤੋਂ ਪਤਾ ਲੱਗਿਆ। ਕਪੂਰ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਤੇਰੇ ਤੋਂ ਪਤਾ ਲੱਗਿਆ। ਲੈ ਆਹੋ ਡੱਡ, ਤੈਨੂੰ ਕਿਤੇ ਉੱਪਰ ਹੈ। ਉਹ ਕਹਿੰਦਾ ਵੀ ਤੈਨੂੰ ਕਿਹੜਾ ਉਹ ਕੋਈ ਬੇਗਾਨਾ ਹੈ, ਆਉਣ ਜਾਣ ਬਾਝੋਂ ਕੰਧ ਓਲੇ ਪਰਦੇਸ ਹੈ ਚਾਚੀ। ਉਹ ਕਹਿੰਦਾ ਜਦੋਂ ਅਸੀਂ ਕਿਸੇ ਦੇ ਘਰੇ ਆਉਂਦੇ ਨਹੀਂ ਜਾਂਦੇ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਕਿ ਕਿਸੇ ਦੇ ਘਰੇ ਕੀ ਹੋ ਰਿਹਾ। ਸਾਡੇ ਲਈ ਤਾਂ ਉਹ ਪਰਦੇਸ ਹੈ। ਲੈ ਉਹ ਜਾਣੇ ਨੋਹਾਂ ਨਾਲੋਂ ਮਾਸ ਨਹੀਂ ਟੁੱਟਦਾ ਕਦੇ ਸਾਊ। ਕਹਿੰਦਿਆਂ ਚਾਚੀ ਸੈਨਤ ਸੁੱਟ ਕੇ ਚਲੀ ਗਈ। ਸੈਨਤ ਤੋਂ ਭਾਵ ਹੁੰਦਾ ਇਸ਼ਾਰਾ। ਚਾਚੀ ਇਹ ਗੱਲ ਕਹਿ ਕੇ ਉਹਨੂੰ ਇਸ਼ਾਰਾ ਕਰਕੇ ਕਿ ਨੋਹਾਂ ਨਾਲੋਂ ਮਾਸ ਕਦੇ ਟੁੱਟਦਾ ਨਹੀਂ, ਭਾਵ ਖੂਨ ਦੇ ਰਿਸ਼ਤੇ ਕਦੇ ਵੀ ਅਲੱਗ ਨਹੀਂ ਹੁੰਦੇ, ਭਰਾ ਭਰਾ ਨਾਲੋਂ ਕਦੇ ਵੀ ਅਲੱਗ ਨਹੀਂ ਹੁੰਦਾ। ਉਹਦੇ ਕਹਿਣ ਤੋਂ ਭਾਵ ਸੀ ਕਿ ਕਪੂਰ ਸਿੰਘ ਉਹਨੂੰ ਜਾ ਕੇ ਮਿਲ ਕੇ ਆਵੇ। ਕਪੂਰ ਸਿੰਘ ਉੱਠਿਆ, ਝੱਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰਾ ਲੇਟਿਆ ਹੋਇਆ ਸੀ। ਉਸਦਾ ਮੰਜਾ ਧੁੱਪੇ ਪਿਆ ਸੀ ਅਤੇ ਜਿਵੇਂ ਹੀ ਕਪੂਰ ਸਿੰਘ ਨੇ ਦਰਬਾਰੇ ਨੂੰ ਦੇਖਿਆ ਤਾਂ ਉਹ ਖੜ੍ਹੇ ਦਾ ਖੜ੍ਹਾ ਰਹਿ ਗਿਆ। ਉਹਦਾ ਕਾਰਨ ਇਹ ਸੀ ਕਿ ਉਹਦਾ ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂੰਏਂ ਵਰਗਾ ਰੰਗ, ਅੰਦਰ ਨੂੰ ਤਸੀਆਂ ਹੋਈਆਂ ਅੱਖਾਂ ਅਤੇ ਦਰਬਾਰੇ ਦੀ ਨਿਆਣੀ ਟੱਬਰੀ। ਵੀ ਛੋਟੇ ਛੋਟੇ ਉਹਦੇ ਬੱਚੇ ਦੇਖ ਕੇ ਵੀ ਹੁਣ ਕੀ ਬਣੂਗਾ ਇਹਦੇ ਪਰਿਵਾਰ ਦਾ, ਇਹਦੀ ਤਾਂ ਹਾਲਤ ਬੜੀ ਮਾੜੀ ਹੈ। ਇਹਦਾ ਸਰੀਰ ਹੈ ਜਿਹੜਾ ਸੁੱਕ ਕੇ ਪਿੰਜਰ ਬਣ ਚੁੱਕਿਆ, ਰੰਗ ਧੂੰਏਂ ਵਰਗਾ ਕਾਲਾ ਹੋ ਗਿਆ, ਅੱਖਾਂ ਅੰਦਰ ਨੂੰ ਤਸੀਆਂ ਪਈਆਂ। ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਢਾ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀ ਕੋਲ ਬੈਠ ਗਿਆ। ਕੀ ਹਾਲ ਹੈ ਭਾਈ ਦਰਬਾਰਿਆ? ਉਹਨੇ ਉਹਨੂੰ ਪੁੱਛਿਆ ਕਿ ਵੀਰੇ ਕੀ ਹਾਲ ਹੈ, ਭਰਾਵਾ ਤੇਰਾ ਕੀ ਹਾਲ ਹੈ? ਰਜਾਈ ਦੇ ਆਸਰੇ ਦਾ ਢੋਹ ਲਾ ਕੇ ਦਰਬਾਰਾ ਕੁਝ ਬੈਠਦਾ ਹੋਇਆ ਬੋਲਿਆ, ਹੁਣ ਤਾਂ ਚੰਗਾ ਭਾਈ। ਬਿਮਾਰੀ ਦਾ ਭੰਨਿਆ ਉਹਦਾ ਨਿਢਾਲ ਮਨ ਕੁਝ ਕਰਾਰ ਫੜ ਆਇਆ। ਜਿਵੇਂ ਹੀ ਉਹਨੇ ਆਪਣੇ ਭਰਾ ਨੂੰ ਦੇਖਿਆ, ਜਿਵੇਂ ਦਰਬਾਰੇ ਨੇ ਕਪੂਰ ਸਿੰਘ ਨੂੰ ਆਪਣੇ ਘਰੇ ਦੇਖਿਆ, ਅਤੇ ਉਹਦਾ ਮਨ ਸੀ ਜਿਹੜਾ ਪੂਰੀ ਤਰ੍ਹਾਂ ਨਿਢਾਲ ਹੋ ਚੁੱਕਿਆ ਸੀ, ਪੂਰੀ ਤਰ੍ਹਾਂ ਬਿਲਕੁਲ ਹੀ ਉਹਦੇ 'ਚ ਜਾਨ ਨਹੀਂ ਸੀ। ਪਰ ਉਹਨੂੰ ਵੇਖ ਕੇ, ਆਪਣੇ ਭਰਾ ਨੂੰ ਦੇਖ ਕੇ ਉਹਦਾ ਮਨ ਸੀ ਕੁਝ ਕਰਾਰਾ ਹੋ ਗਿਆ, ਚੰਗਾ ਹੋ ਗਿਆ। ਕੋਈ ਨਾ ਪਿਆਰੋ, ਉੱਠਲ ਦੀ ਖੇਚਲ ਨਾ ਕਰ। ਉਹ ਕਹਿੰਦਾ ਵੀ ਤੈਨੂੰ ਉੱਠਣ ਦੀ ਜ਼ਰੂਰਤ ਨਹੀਂ ਹੈ, ਕਮਜ਼ੋਰੀ ਜ਼ਿਆਦਾ ਹੈ। ਬੋਲਣ ਲੱਗਿਆ ਦਰਬਾਰੇ ਦਾ ਸਾਰਾ ਤਿੱਗ ਕੰਬਦਾ ਸੀ। ਤਿੱਗ ਤੋਂ ਭਾਵ ਹੁੰਦਾ ਸਰੀਰ। ਵੀ ਜਦੋਂ ਬੋਲਦਾ ਸੀ ਇੰਨਾ ਕਮਜ਼ੋਰ ਹੋ ਚੁੱਕਿਆ ਸੀ ਕਿ ਜਦੋਂ ਬੋਲਦਾ ਸੀ ਉਹਦਾ ਸਾਰਾ ਸਰੀਰ ਸੀ ਜਿਹੜਾ ਉਹ ਕੰਬਦਾ ਸੀ। ਚਲੋ ਹੁਣ 2-4 ਪ੍ਰਸ਼ਨਾਂ ਦੇ ਉੱਤਰ ਦਿਓ। ਚਾਚੀ ਨੇ ਇਹੋ ਜਿਹਾ ਕੀ ਦੱਸਿਆ ਕਿ ਕਪੂਰ ਸਿੰਘ ਚੌਂਕ ਉੱਠਿਆ ਅਤੇ ਉਸਨੇ ਕੀ ਕੀਤਾ? ਨੋਹਾਂ ਨਾਲੋਂ ਕਦੇ ਮਾਸ ਨਹੀਂ ਟੁੱਟਦਾ। ਚਾਚੀ ਦੇ ਇਹ ਸ਼ਬਦ ਕਹਿਣ ਦਾ ਕੀ ਭਾਵ ਸੀ? ਦਰਬਾਰੇ ਦੀ ਹਾਲਤ ਦੇਖ ਕੇ ਕਪੂਰ ਸਿੰਘ ਖੜ੍ਹੇ ਦਾ ਖੜ੍ਹਾ ਕਿਉਂ ਰਹਿ ਗਿਆ? ਆਪਾਂ ਅੱਗੇ ਕਹਾਣੀ ਪੜ੍ਹਦੇ ਹਾਂ। ਸਭ ਦੂਰ ਹੋ ਜੂ, ਚੁਗਾਠ ਬਚ ਰਹੇ ਬਾਨ ਬਥੇਰਾ। ਜਦੋਂ ਕਪੂਰ ਸਿੰਘ ਨੇ ਦਰਬਾਰੇ ਦੀ ਮਾੜੀ ਹਾਲਤ ਦੇਖੀ ਤਾਂ ਉਸਨੇ ਉਸਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਕੋਈ ਗੱਲ ਨਹੀਂ, ਤੇਰੇ ਅਜੇ ਸਾਹ ਚੱਲਦੇ ਆ,
ਤੇਰਾ ਸਰੀਰ ਹੈ ਤੇਰੇ ਕੋਲ, ਖੁਰਾਕ ਖਾਣ ਦੇ ਨਾਲ, ਇਲਾਜ ਕਰਾਉਣ ਦੇ ਨਾਲ ਸਾਰਾ ਤਾਕਤ ਫਿਰ ਦੁਬਾਰਾ ਵਾਪਸ ਆ ਜਾਏਗੀ। ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਹਦੀਆਂ ਵੱਖੀਆਂ ਉੱਤੇ ਸੇਕਣ ਲਈ ਲੈ ਕੇ ਆਈ। ਬੱਚਿਓ, ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਲੋਗੜ ਦੇ ਨਾਲ ਭਾਵ ਪੁਰਾਣੀ ਰੂੰ ਦੇ ਨਾਲ ਹੀ ਆਪਣੇ ਸਰੀਰ ਨੂੰ ਸੇਕ ਦਿੰਦੇ ਸੀ। ਜਿੱਥੇ ਵੀ ਕਿਤੇ ਸਰੀਰ ਨੂੰ ਗਰਮਾਇਸ਼ ਦੇਣੀ ਹੁੰਦੀ ਸੀ ਉੱਥੇ ਲੋਗੜ ਨਾਲ ਹੀ ਦਿੱਤੀ ਜਾਂਦੀ ਸੀ। ਅੱਜ ਕੱਲ੍ਹ ਦੀ ਤਰ੍ਹਾਂ ਕੋਈ ਪਾਣੀ ਦੀਆਂ ਗਰਮ ਬੋਤਲਾਂ ਜਾਂ ਹੋਰ ਗਰਮ ਬੋਤਲਾਂ ਨਹੀਂ ਸੀ ਮਿਲਦੀਆਂ। ਇਲਾਜ ਕਿਹਦਾ ਹੈ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਇੱਥੇ ਬੱਚੇ ਇਲਾਜ ਮਤਲਬ ਬੋਲਚਾਲ ਦੀ ਭਾਸ਼ਾ ਲਿਖੀ ਹੋਈ ਹੈ, ਵੈਸੇ ਸ਼ਬਦ ਹੁੰਦਾ ਇਲਾਜ। ਦਰਬਾਰਾ ਅੱਗੋਂ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ। ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਹਨ। ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸੀ, ਇਸ ਕਰਕੇ ਉਹ ਇਲਾਜ ਨਹੀਂ ਸੀ ਕਰਵਾ ਸਕਦਾ। ਕਪੂਰ ਸਿੰਘ ਤੋਂ ਕੁਝ ਲੁਕਿਆ ਨਹੀਂ ਸੀ, ਭਾਵ ਦੋਨੋਂ ਇੱਕ ਦੂਜੇ ਦੇ ਘਰ ਦੀ ਹਾਲਤ ਜਾਣਦੇ ਸੀ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ ਅਤੇ ਉਹਨੂੰ ਕਿਹਾ ਕਿ ਮੈਂ ਮੰਡੀਓਂ ਡਾਕਟਰ ਨੂੰ ਭੇਜਦਾ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ, ਭਾਵ ਉਹਦੇ ਮਨ 'ਚ ਇੱਕ ਚੀਸ ਜਿਹੀ ਉੱਠੀ। ਉਹਨੇ ਕਿਹਾ ਕਿ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ। ਵੀ ਉਹਨੇ ਕਿਹਾ ਭਰਾਵਾ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਕੰਧ ਵਾਲੇ, ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ, ਪੈਸੇ ਸਾਲਿਆਂ ਨੇ ਨਾਲ ਜਾਣਾ। ਕਪੂਰ ਸਿੰਘ ਨੇ ਉਹਨੂੰ ਹੌਸਲਾ ਦਿੱਤਾ ਕਿ ਕੋਈ ਗੱਲ ਨਹੀਂ, ਪੈਸੇ ਆ ਜਿਹੜੇ ਫਿਰ ਆ ਜਾਣਗੇ, ਪੈਸਿਆਂ ਨੇ ਸਾਡੇ ਨਾਲ ਨਹੀਂ ਜਾਣਾ। ਦਰਬਾਰੇ ਦੀਆਂ ਅੱਖਾਂ ਸਿਮ ਆਈਆਂ, ਭਾਵ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ, ਉਹਦਾ ਗਲਾ ਭਰ ਗਿਆ। ਉੱਤੇ ਗਲਾ ਭਰੇ ਦੇ ਵਿੱਚ ਹੀ ਉਹਨੇ ਆਪਣੇ ਭਰਾ ਨੂੰ ਪੁੱਛਿਆ ਕਿ ਮਕਾਨ ਬਣ ਗਿਆ ਸਾਰਾ? ਥੋੜ੍ਹਾ ਜਿਹਾ ਟੀਪ ਟੱਲਾ ਰਹਿੰਦਾ, ਸੀਮੈਂਟ ਥੁੜ ਗਿਆ। ਉਹ ਕਹਿੰਦਾ ਸੀਮੈਂਟ ਦੀ ਥੋੜ੍ਹੀ ਜਿਹੀ ਘਾਟ ਹੋ ਗਈ ਹੈ, ਇਸ ਕਰਕੇ ਥੋੜ੍ਹਾ ਜਿਹਾ ਟੀਪ ਟੱਲਾ ਰਹਿੰਦਾ, ਮਤਲਬ ਥੋੜ੍ਹਾ ਜਿਹਾ ਕੰਮ ਰਹਿੰਦਾ। ਹੁਣ ਤੂੰ ਇਹਨਾਂ ਗੱਲਾਂ ਨੂੰ ਮਨ 'ਤੇ ਨਾ ਲਿਆ, ਜੇ 4 ਭਾਂਡੇ ਹੋਣਗੇ ਤਾਂ ਖੜਕਣਗੇ ਹੀ। ਸੋ ਕਪੂਰ ਸਿੰਘ ਉਹਨੂੰ ਕਹਿੰਦਾ ਕਿ ਤੈਨੂੰ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਆਪਣੇ ਮਨ 'ਤੇ ਨਹੀਂ ਲਿਆਉਣਾ ਚਾਹੀਦਾ। ਜੇਕਰ 4 ਭਾਂਡੇ ਆਪਾਂ ਇਕੱਠੇ ਰੱਖੀਏ, ਰਸੋਈ ਦੇ ਵਿੱਚ 4 ਭਾਂਡੇ ਇਕੱਠੇ ਪਏ ਹੋਣ ਤਾਂ ਉਹ ਇੱਕ ਦੂਸਰੇ ਦੇ ਵਿੱਚ ਵੱਜਦੇ ਹੀ ਹੈ। ਉਹਦੇ ਕਹਿਣ ਤੋਂ ਭਾਵ ਵੀ ਜੇਕਰ ਪਰਿਵਾਰ ਇਕੱਠੇ ਰਹਿੰਦੇ ਹੈ ਤਾਂ ਉਹਨਾਂ ਦੇ ਵਿੱਚ ਲੜਾਈ ਝਗੜਾ ਹੋਣਾ ਮੁਮਕਿਨ ਨਹੀਂ ਹੈ, ਵੀ ਹੋ ਹੀ ਸਕਦਾ। ਤਾਂ ਅੱਗੋਂ ਦਰਬਾਰਾ ਸੀ ਜਿਹੜਾ, ਉਹ ਆਪਣੇ ਭਰਾ ਨੂੰ ਪੁੱਛਦਾ ਹੈ ਕਿ ਹਾੜ ਵਿੱਚ ਬੰਸੋ ਦਾ ਵਿਆਹ ਦੇ ਦਈਏ। ਦਰਬਾਰੇ ਦੇ ਲੂ ਨੂੰ 'ਚੋਂ ਅਪਣੱਤ ਜਾਗ ਰਹੀ ਸੀ, ਭਾਵ ਉਹਨੂੰ ਆਪਣਾਪਨ ਲੱਗ ਰਿਹਾ ਸੀ। ਅਤੇ ਕਪੂਰ ਸਿੰਘ ਨੇ ਕਿਹਾ ਕਿ ਕੋਈ ਗੱਲ ਨਹੀਂ, ਜਿਹੜਾ ਭਾਰ ਲੈ ਜਾਵੇ ਉਹਦੇ ਨਾਲ ਦੀ ਰੀਸ ਨਹੀਂ। ਦਰਬਾਰਾ ਫਿਰ ਉਹਨੂੰ ਪੁੱਛਦਾ ਹੈ ਕਿ ਤੂੰ ਆਏਂਗਾ? ਕਪੂਰ ਸਿੰਘ ਫਿਰ ਨਰਮ ਹੋ ਕੇ ਕਹਿੰਦਾ ਵੀ ਜਿਸ ਤਰ੍ਹਾਂ ਤੂੰ ਕਹੇਂਗਾ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਬਾਈ ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾ, ਵੀ ਭਾਵ ਤੇਰੇ ਤੋਂ ਬਿਨਾਂ ਭਰਾਵਾ ਮੈਂ ਕਿਸੇ ਜੋਗਾ ਨਹੀਂ, ਵੀ ਮੈਂ ਕੁਛ ਵੀ ਨਹੀਂ ਕਰ ਸਕਦਾ। ਉਹਦੇ ਬੁੱਲ ਫਰਕਣ ਲੱਗੇ। ਫਰਕਣ ਤੋਂ ਭਾਵ ਹੁੰਦਾ ਵੀ ਹਿੱਲਣੇ। ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹਦੀਆਂ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਸੀ ਉਹ ਲਗਾਤਾਰ ਵਹਿਣੇ ਸ਼ੁਰੂ ਹੋ ਗਏ। ਉਹ ਤੂੰ ਦਿਲ ਰੱਖ ਵੀਰ, ਮੈਂ ਤੇਰੇ ਤੋਂ ਨਾਬਰਤਾ ਨਹੀਂ। ਨਾਬਰ ਤੋਂ ਭਾਵ ਹੁੰਦਾ ਵਿਰੋਧੀ, ਮੁਨਾਕਿਰ, ਵੀ ਮੈਂ ਤੇਰੇ ਤੋਂ ਪਾਸੇ ਨਹੀਂ ਹੈ। ਕਪੂਰ ਸਿੰਘ ਨੇ ਮਸੀਂ ਇਹ ਬੋਲ ਆਖੇ। ਹੰਝੂਆਂ ਦੀਆਂ 2 ਧਾਰਾਂ ਹੁਣ ਉਹਦੇ ਚਿਹਰੇ ਉੱਤੋਂ ਵੀ ਵਗ ਪਈਆਂ ਸਨ। ਵੀ ਦੋਨੋਂ ਭਰਾ ਆਪਸ ਦੇ ਵਿੱਚ ਬੈਠੇ ਆਪਣੇ ਮਨ ਦੇ ਗਿਲੇ ਸ਼ਿਕਵੇ ਦੂਰ ਕਰ ਚੁੱਕੇ ਸੀ। ਦੋਨਾਂ ਨੇ ਰੋਣ ਦੇ ਜ਼ਰੀਏ ਆਪਣਾ ਮਨ ਸੀ ਜਿਹੜਾ ਬਿਲਕੁਲ ਸਾਫ਼ ਕਰ ਲਿਆ ਸੀ। ਦੋਨੋਂ ਇੱਕ ਦੂਸਰੇ ਤੋਂ ਬਿਨਾਂ ਹੁਣ ਰਹਿ ਨਹੀਂ ਸੀ ਸਕਦੇ। ਦੋਨਾਂ ਨੂੰ ਦਰਬਾਰੇ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ। ਅੱਗੇ ਪ੍ਰਸ਼ਨ ਹੈ ਬੱਚੇ, ਚੁਗਾਟ ਬਚ ਰਹੇ ਵਾਨ ਬਥੇਰਾ ਤੋਂ ਕੀ ਭਾਵ ਹੈ? ਇਸ ਕਹਾਣੀ ਦਾ ਵਿਸ਼ਾ ਕੀ ਹੈ? ਭਾਵ ਲੇਖਕ ਨੇ ਸਾਨੂੰ ਕੀ ਦਿਖਾਇਆ ਇਸ ਕਹਾਣੀ ਦੇ ਵਿੱਚ? ਕੀ ਇਸ ਕਹਾਣੀ ਦਾ ਸਿਰਲੇਖ ਢੁਕਵਾਂ ਹੈ, ਵੀ ਸੂਟੇਬਲ ਹੈ? ਤੁਹਾਨੂੰ ਉਦਾਹਰਨਾਂ ਦੇ ਕੇ ਦੱਸਣਾ ਪਏਗਾ ਕਿ ਹਾਂ ਇਹਦਾ ਸਿਰਲੇਖ ਬਿਲਕੁਲ ਢੁਕਵਾਂ ਹੈ। ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਅਸੀਂ ਕੋਈ ਵੀ ਕਹਾਣੀ ਪੜ੍ਹਦੇ ਹਾਂ, ਕੋਈ ਕਵਿਤਾ ਪੜ੍ਹਦੇ ਹਾਂ ਤਾਂ ਉਹ ਸਿੱਖਿਆ ਦੇ ਲਈ ਪੜ੍ਹਦੇ ਹਾਂ ਕਿ ਅਸੀਂ ਉਹਦੇ ਤੋਂ ਕੁਝ ਸਿੱਖਦੇ ਹਾਂ। ਸੋ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ?